ਵਾਰਡਾਂ ਦੇ ਵਿੱਚ ਸੂਚੀਆਂ ਵੋਟਰਾਂ ਦੀਆਂ ਇਹਨਾਂ ਨੇ ਇਸ਼ੂ ਕੀਤੀਆਂ ਸੀ। ਉਹਦੇ ਵਿੱਚ ਬਹੁਤ ਜ਼ਿਆਦਾ ਧਾਂਦਲੀਆਂ ਦੇਖਣ ਨੂੰ ਮਿਲੀਆਂ। ਧਾਂਦਲੀਆਂ ਜੇ ਤਾਂ ਜਾਣਬੁੱਝ ਕੇ ਕੀਤੀਆਂ ਇਹਦਾ ਮਤਲਬ ਇਹ ਐਫੀਸ਼ੀਐਂਸੀ ਨਹੀਂ ਹੈ। ਜਾਣਬੁੱਝ ਕੇ ਕੀਤੀਆਂ ਇਹਦਾ ਮਤਲਬ ਇਹ ਵੀ ਕਿਸੇ ਨੇ ਕਰਵਾਈਆਂ। ਜੇ ਗਲਤੀ ਨਾਲ ਹੋਈਆਂ ਤਾਂ ਇਹਦਾ ਮਤਲਬ ਵੀ ਲਾਪਰਵਾਹੀ ਹੈ। ਔਰ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਗਾਈਡ ਕੀਤਾ ਗਿਆ ਕਾਂਗਰਸ ਸਰਕਾਰ ਵੱਲੋਂ ਕਿ ਕੇਵਲ ਤੇ ਕੇਵਲ ਕਾਂਗਰਸ ਦਾ ਐਮਸੀ ਕਿੱਦਾਂ ਜਿੱਤੇਗਾ ਉਹਦੇ ਲਈ ਜਿਹੜਾ ਕਾਨੂੰਨ ਤੁਸੀਂ ਸਿੱਕੇ ਤੇ ਟੰਗਣਾ ਟੰਗ ਦੋ, ਤੁਹਾਨੂੰ ਖੁੱਲੀ ਛੁੱਟੀ ਹੈ। ਇਸ ਤਰ੍ਹਾਂ ਵੋਟਾਂ ਦੇ ਵਿੱਚ ਕਾਲਾ ਮਾਰਾ ਕੀਤਾ ਕਿ 3 ਨੰਬਰ ਦੀਆਂ ਵੋਟਾਂ ਕੱਟ ਕੇ 5 ਨੰਬਰ 'ਚ ਪਾਤੀਆਂ, 5 ਵਾਲੇ ਦੀਆਂ 8 ਨੰਬਰ 'ਤੇ ਪਾਤੀਆਂ। ਘਰ ਦਾ ਐਡਰੈਸ ਕਿਤੇ ਆ ਤੇ ਵੋਟ ਉਹਦੀ ਕਿਤੇ ਬਣੀ ਪਈ ਆ। ਅਸੀਂ ਚੇਤਾਵਨੀ ਦਿੰਦੇ ਆ ਕਿ ਆਉਣ ਵਾਲੇ ਸਮੇਂ 'ਚ ਜਾਂ ਤੇ ਇਹਨਾਂ ਦੀ ਵੋਟਾਂ ਦੀ ਘੋਖ ਕਰਕੇ ਇਹਨਾਂ ਨੂੰ ਠੀਕ ਤੇ ਦਰੁਸਤ ਕਰ ਲਿਆ ਜਾਵੇ, ਨਹੀਂ ਤਾਂ ਭਾਰਤੀ ਜਨਤਾ ਪਾਰਟੀ ਮਜਬੂਰ ਹੋਵੇਗੀ ਇਸ ਤਰ੍ਹਾਂ ਦੇ ਅਫਸਰਾਂ ਦੇ ਦਫ਼ਤਰਾਂ ਦਾ ਉਹਨਾਂ ਦੇ ਘਰਾਂ ਦਾ ਘਿਰਾਓ ਕਰਾਂਗੇ। ਇਹਨਾਂ ਦੇ ਜਿਹੜੇ ਦੋਸ਼ ਆ ਬਿਲਕੁਲ ਹੀ ਬੇਬੁਨਿਆਦ ਦੋਸ਼ ਹੈ। ਮੈਂ ਇਹਨਾਂ ਨੂੰ ਇਹ ਪੁੱਛਦਾ ਵੀ ਜਦੋਂ ਆਬਜੈਕਸ਼ਨ ਦੇਣ ਦੀ 10 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਜਦੋਂ ਇਲੈਕਸ਼ਨ ਦੇ ਵਿੱਚ ਆਬਜੈਕਸ਼ਨ ਦੇਣ ਦੀ ਡੇਟ ਸੀ ਜਾਂ ਨਵੀਆਂ ਵੋਟਾਂ ਬਣਾਉਣ ਦੀ ਡੇਟ ਸੀ, ਪਬਲਿਕੇਸ਼ਨ ਨੋਟਿਸ ਕੀਤਾ ਗਿਆ, ਉਦੋਂ ਇਹ ਕਿੱਥੇ ਸੀ? ਇਹ 6 ਦਿਨ ਸੁੱਤੇ ਪਏ ਸੀ। 6 ਦਿਨ ਆਪ ਸੁੱਤੇ ਰਹੇ 10 ਤੋਂ 16 ਦਸੰਬਰ ਤੱਕ, ਜਿੱਦਣ ਜ਼ਿਆਦਾ ਠੰਡ ਸੀ। ਹੁਣ ਥੋੜ੍ਹੀਆਂ ਧੁੱਪਾਂ ਚੜੀਆਂ, ਹੁਣ ਇਹਨਾਂ ਨੂੰ ਯਾਦ ਆ ਗਿਆ ਮਹੀਨੇ ਬਾਅਦ ਵੀ ਵੋਟਾਂ 'ਚ ਲੱਗੀਆਂ ਨਹੀਂ, ਕੱਟੀਆਂ ਨਹੀਂ, ਜਵਾਨੀਆਂ ਨਹੀਂ, ਜੀ ਫਲਾਣਾ ਨਹੀਂ ਕੀਤਾ, ਢਿਮਕਾ ਨਹੀਂ ਕੀਤਾ। नमस्कार, आप देख रहे हैं सिटी हलचल। मैं अंकिता चोपड़ा। भारतीय जनता पार्टी के एक अहम बैठक पार्टी के जिला अध्यक्ष जितेंद्र सिंह अटवाल के नेतृत्व में संपन्न हुई। नंगल के एमपी कोठी क्षेत्र में स्थित गौशाला में आयोजित इस बैठक के दौरान यहां नंगल नगर कौंसिल के चुनावों पर चर्चा की गई, तो वहीं वोटें बनाने में हुई कथित घपलेबाजी का आरोप लगाते हुए जमकर निंदा की गई और चेतावनी देते हुए कहा कि अगर वोटर लिस्ट में सुधार ना किया गया तो अधिकारियों के दफ्तरों का घेराव किया जाएगा। देखिए सिटी हलचल की यह रिपोर्ट। भारतीय जनता पार्टी की एक अहम बैठक पार्टी के जिलाध्यक्ष जितेंद्र सिंह अटवाल के नेतृत्व में संपन्न हुई। नंगल के एमपी कोठी क्षेत्र में स्थित गौशाला में आयोजित इस बैठक के दौरान जहां नंगल नगर कौंसिल के चुनावों पर चर्चा की गई, तो वही वोटें बनाने में हुई कथित घपलाबाजी का आरोप लगाते हुए जमकर निंदा भी की गई और चेतावनी देते हुए कहा कि अगर वोटर लिस्ट में सुधार ना किया गया तो वह अधिकारियों के दफ्तरों का घेराव करेंगे। इस मौके पर उपस्थित भाजपा नेताओं ने कहा कि नंगल नगर कौंसिल के चुनावों को लेकर भाजपा कार्यकर्ताओं में पूरा जोश पाया जा रहा है। सुने सिटी हलचल से बात करते हुए विधानसभा क्षेत्र श्री आनंदपुर साहिब के प्रभारी डॉक्टर परमिंदर शर्मा ने क्या कहा। ਅੱਜ ਅਸੀਂ ਨੰਗਲ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਵਿੱਚ ਵੋਟਾਂ ਗਲਤ ਬਣੀਆਂ ਔਰ ਵਾਰਡਾਂ 'ਚ मतलब ਜਿਹੜਾ ਬੰਦਾ ਰਹਿ ਨਹੀਂ ਰਿਹਾ ਉਸ ਦੀ ਵੋਟ ਦੂਜੀ ਵਾਰਡ 'ਚ ਬਣ ਗਈ ਔਰ ਜੋ ਉਸ ਵਾਰਡ 'ਚ ਰਹਿ ਰਿਹਾ ਉਹਦੀ ਵੋਟ ਕਿਸੇ ਹੋਰ ਉਹਦੇ 'ਚ ਬਣ ਗਈ। ਉਸ ਦੇ ਬਾਰੇ 'ਚ ਜੋ ਪ੍ਰਸ਼ਾਸਨ ਨੇ ਚਾਹੇ ਉਹ ਜਾਣਬੁੱਝ ਕੇ ਜਾਂ ਕਿਸੇ ਰਾਜਨੀਤਿਕ ਪ੍ਰੈਸ਼ਰ ਦੇ ਹੇਠ ਕੀਤਾ ਹੈ, ਉਸ ਨੂੰ ਸੁਧਾਰਨ ਵਾਸਤੇ ਅੱਜ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਆਗਾਹ ਕੀਤਾ ਹੈ, ਜਾਣੂ ਕਰਾਇਆ ਹੈ ਕਿ ਇਸ ਨੂੰ ਦਰੁਸਤ ਕੀਤਾ ਜਾਵੇ। अगर दुरुस्त नहीं करेंगे तो असी DC साहब ਨੂੰ भी मिलांगे और हायर अथॉरिटीज़ को भी जावांगे। भारतीय जनता पार्टी दे सारे कार्यकर्ता कांग्रेस सरकार ਨੂੰ बैकडोर एंट्री नहीं करन देंगे। प्रशासन की आड़ विच हेरा फेरी करके धक्के की राजनीति के नाल ये चोण विच गड़बड़ करन ये बर्दाश्त भारतीय जनता पार्टी नहीं करेगी। इस मौके पर सिटी हलचल से बात करते प्रदेश कार्यकारिणी के सदस्य डॉक्टर ईश्वर चंद्र सरदाना ने क्या कहा, जे भी सुने। ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਕਿ ਜਿਹੜੀ ਇਲੈਕਸ਼ਨ ਆਉਣ ਵਾਲੇ ਨੇ ਉਹਦੇ ਵਿੱਚ ਜਿੰਨੇ ਵੀ ਵਾਰਡਾਂ ਦੇ ਵਿੱਚ ਸੂਚੀਆਂ ਵੋਟਰਾਂ ਦੀਆਂ ਇਹਨਾਂ ਨੇ ਇਸ਼ੂ ਕੀਤੀਆਂ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਧਾਂਦਲੀਆਂ ਦੇਖਣ ਨੂੰ ਮਿਲੀਆਂ। ਧਾਂਦਲੀਆਂ ਜੇ ਤਾਂ ਜਾਣਬੁੱਝ ਕੇ ਕੀਤੀਆਂ ਇਹਦਾ ਮਤਲਬ ਇਹ ਐਫੀਸ਼ੀਐਂਸੀ ਨਹੀਂ ਹੈ। ਜਾਣਬੁੱਝ ਕੇ ਕੀਤੀਆਂ ਇਹਦਾ ਮਤਲਬ ਇਹ ਵੀ ਕਿਸੇ ਨੇ ਕਰਵਾਈਆਂ। ਜੇ ਗਲਤੀ ਨਾਲ ਹੋਈਆਂ ਤਾਂ ਇਹਦਾ ਮਤਲਬ ਵੀ ਲਾਪਰਵਾਹੀ ਹੈ। ਤੇ ਆਪਾਂ ਦੋਨੋਂ ਚੀਜ਼ਾਂ ਦੇ ਉੱਤੇ ਇਤਰਾਜ਼ ਕਰਦੇ ਹੋਏ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਅਸੀਂ ਸਾਰੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਾਂ ਪ੍ਰੈਸ ਦੇ ਮਾਧਿਅਮ ਨਾਲ, ਐਡਮਿਨਿਸਟ੍ਰੇਸ਼ਨ ਨੂੰ, ਰਿਟਰਨਿੰਗ ਅਫਸਰ ਨੂੰ, ਇਲੈਕਸ਼ਨ ਕਰਾਉਣ ਵਾਲਿਆਂ ਨੂੰ ਵੀ ਜਾਣਕਾਰੀ ਵੀ ਦੇਣਾ ਚਾਹੁੰਦੇ ਹਾਂ। ਉਹਨਾਂ ਨੂੰ ਇਹ ਦੱਸਣਾ ਵੀ ਚਾਹੁੰਦੇ ਹਾਂ ਕਿ ਜਨਤਾ ਜਾਗਰੂਕ ਹੈ, ਭਾਰਤੀ ਜਨਤਾ ਪਾਰਟੀ ਵੀ ਜਾਗਰੂਕ ਹੈ ਔਰ ਹਰ ਚੀਜ਼ ਇਹੋ ਜਿਹਾ ਕੋਈ ਕੰਮ ਅਸੀਂ ਨਹੀਂ ਹੋਣ ਦੇਵਾਂਗੇ। ਔਰ ਅਸੀਂ ਰਿਕੁਐਸਟ ਵੀ ਕਰਦੇ ਹਾਂ ਔਰ ਇਹ
ਉਹਨਾਂ ਨੂੰ ਜ਼ੋਰ ਵੀ ਪਾਉਂਦੇ ਹਾਂ ਵੀ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਏ, ਔਰ ਜੋ ਵੀ ਸਾਡੇ ਵੱਲੋਂ ਸਾਡੇ ਪ੍ਰਤੀਨਿਧੀਆਂ ਵੱਲੋਂ ਇਸ ਦੇ ਵਿੱਚ ਸ਼ੋਧ ਜਾਂ ਨਵੀਂ ਵੋਟ ਬਣਾਉਣ ਵਾਸਤੇ ਨਾ ਉਹਨੂੰ ਪ੍ਰੋਪਰਲੀ ਅਟੈਂਡ ਕਰਕੇ ਉਹਦੇ ਵਿੱਚ ਹਰੇਕ ਦਾ ਹੱਕ ਪ੍ਰੋਵਾਈਡ ਕੀਤਾ ਜਾਏ, ਨਾ ਕਿ ਇਹ ਲੱਗੇ ਕਿ ਕਿਸੇ ਦੇ ਤਾਂ ਕੰਮ ਕਰ ਹੀ ਜਾਂਦੇ ਨੇ, ਚਾਹੇ ਉਹ ਰਾਜਨੀਤਿਕ ਪ੍ਰੈਸ਼ਰ ਹੈ, ਚਾਹੇ ਕੋਈ ਹੋਰ ਇੰਟਰਸਟ ਹੈ, ਤੇ ਲੇਕਿਨ ਕਿਸੇ ਨੂੰ ਛੱਡੀ ਜਾਂਦੇ ਨੇ। ਇਹ ਕੰਮ ਨਹੀਂ ਹੋਣਾ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਧੱਕਾ ਕਰਾ ਰਹੇ ਹਾਂ ਜਾਂ ਅਸੀਂ ਚਾਹੁੰਦੇ ਹਾਂ ਵੀ ਗਲਤ ਬਣਨ। ਅਸੀਂ ਇਹ ਚਾਹੁੰਦੇ ਨਾ ਸਾਡੀਆਂ ਬਣਨ ਨਾ ਕਿਸੇ ਹੋਰ ਦੀਆਂ ਬਣਨ, ਔਰ ਜਿਹੜੀਆਂ ਸਾਡੀਆਂ ਜਾਇਜ਼ ਹੈਗੀਆਂ ਉਹ ਜ਼ਰੂਰ ਬਣਨੀਆਂ ਚਾਹੀਦੀਆਂ, ਜਿਨ੍ਹਾਂ ਨੂੰ ਅਸੀਂ ਵੈਰੀਫਾਈ ਕਰਕੇ ਦੇ ਰਹੇ ਹਾਂ। ਸਾਡੇ ਵਾਰਡ ਪ੍ਰਤੀਨਿਧੀ ਦੇ ਰਹੇ ਨੇ, ਵਾਰਡ ਦੇ ਪ੍ਰਭਾਰੀ ਦੇ ਰਹੇ ਨੇ, ਉਹਨੂੰ ਪ੍ਰੋਪਰਲੀ ਐਂਟਰਟੇਨ ਕਰਨਾ ਚਾਹੀਦਾ। ਔਰ ਜਿਹੜੀਆਂ ਕੰਪਲੇਂਟਸ ਅਸੀਂ ਦਿੱਤੀਆਂ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਔਰ ਪੂਰੇ ਟਾਈਮ ਬਾਉਂਡ ਤਰੀਕੇ ਦੇ ਨਾਲ ਰੈਕਟੀਫਾਈ ਕਰਨਾ ਚਾਹੀਦਾ। ਇੱਦਾਂ ਹੈ ਕਿ ਡਾਇਰੈਕਟ ਅਸੀਂ ਕੱਲ੍ਹ ਤੱਕ ਜਾਂ ਪਰਸੋਂ ਤੱਕ ਇਹਨਾਂ ਨੂੰ ਮਿਲਣਾ ਪ੍ਰੋਪਰ ਸਾਰੀਆਂ ਲਿਸਟਾਂ ਲੈ ਕੇ, ਲੇਕਿਨ ਸਾਡੇ ਵਾਰਡ ਦੇ ਵਿੱਚੋਂ ਜਿੱਦਾਂ ਡਾਕਟਰ ਸੰਦਲ ਨੇ ਜਾਂ ਉੱਥੇ ਦੇ ਕੁਝ ਹੋਰ ਪ੍ਰਤੀਨਿਧੀ ਹੈਗੇ ਨੇ ਜਿਹੜੇ ਕਿ ਉਸ ਵਾਰਡ ਦੇ ਵਿੱਚ ਸਕਰੀਏ ਨੇ, ਉਹਨਾਂ ਨੇ ਕੁਝ ਲਿਸਟਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ। ਅਸੀਂ ਹੋਰ ਕਲੈਕਟ ਕਰ ਰਹੇ ਹਾਂ ਔਰ ਬਹੁਤ ਜਲਦੀ, ਵੈਸੇ ਉਹਨਾਂ ਦੇ ਨੋਟਿਸ 'ਚ ਸਾਰਾ ਕੁਝ ਹੈਗਾ, ਤੇ ਅਸੀਂ ਇੱਕ ਫਾਰਮਲ ਤੌਰ ਦੇ ਉੱਤੇ ਜਾ ਕੇ ਵੀ ਅਸੀਂ ਇਹਨਾਂ ਨੂੰ ਇੱਕ ਅੱਧੇ ਦਿਨ ਦੇ ਵਿੱਚ ਜਾ ਕੇ ਸਾਰੀਆਂ ਗੱਲਾਂ ਕਹਿ ਕੇ ਆਵਾਂਗੇ ਔਰ ਪ੍ਰੋਪਰ ਲਿਸਟਾਂ ਦੇ के आवांगे भी इतने गलती है इन्हें ठीक किया जाए। इस मौके पर भाजपा नेताओं ने कहा कि प्रशासन पूरी तरह सत्ता पक्ष की कठपुतली बन चुका है और जिन लोगों की मौत भी हो चुकी है उनकी भी वोटें बना दी गई है। इन नेताओं ने आरोप लगाते हुए कहा कि सत्ता पक्ष के कथित इशारे पर जहां मतदाता रहता है वहां छोड़ किसी अन्य वार्डों में वोटें बना दी गई है और ये सब भाजपा को हराने के उद्देश्य से किया जा रहा है। सुने सिटी हलचल से बात करते हुए भाजपा के जिला अध्यक्ष जतिंदर सिंह अठवाल ने क्या कहा। भारतीय जनता पार्टी जिला रोपड़ ਵੱਲੋਂ ਅੱਜ ਜਿੰਨੇ ਵੀ ਨੰਗਲ ਦੇ ਵਿੱਚ ਵਾਰਡ ਇੰਚਾਰਜ ਲਗਾਏ ਸੀ ਉਹਨਾਂ ਦੀ ਮੀਟਿੰਗ ਬੁਲਾਈ ਸੀ ਸਮੀਖਿਆ ਕਰਨ ਵਾਸਤੇ ਵਾਰਡ ਵਾਈਜ਼। ਔਰ ਸਮੀਖਿਆ ਦੇ ਨਾਲ ਨਾਲ ਇਹ ਬੜੀ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਹਰ ਇੱਕ ਵਾਰਡ ਦੇ ਵਿੱਚ ਜਾਂ ਤੇ ਜਿਹੜੇ ਲੋਕੀ ਰਹਿ ਰਹੇ ਨੇ ਉਹਨਾਂ ਦੀਆਂ ਵੋਟਾਂ ਕੱਟ ਕੇ ਕਿਸੇ ਦੂਜੇ ਵਾਰਡ ਵਿੱਚ ਲੈ ਗਏ ਨੇ, ਜਾਂ ਇੱਕ ਵਿਅਕਤੀ ਨੇ ਸ਼੍ਰੀ ਹਰਬੰਸ ਲਾਲ ਜੀ ਵਾਰਡ ਨੰਬਰ 3 ਚੋਂ ਜਿਨ੍ਹਾਂ ਨੂੰ ਐਕਸਪਾਇਰ ਹੋਇਆ 5 ਸਾਲ ਹੋ ਗਏ ਨੇ, ਉਹਨਾਂ ਦੀ ਵੋਟ ਬਣਾ ਦਿੱਤੀ। ਕੁਝ ਇਸ ਤਰ੍ਹਾਂ ਦੇ ਵਾਰਡ ਸਾਹਮਣੇ ਆਏ ਨੇ ਜਿੱਥੇ ਬਿਨਾਂ ਐਡਰੈਸ ਬਿਨਾਂ ਫੋਟੋ ਤੋਂ ਅਨਨੋਨ ਬੰਦਿਆਂ ਦੀਆਂ ਵੋਟਾਂ ਬਣਾ ਦਿੱਤੀਆਂ ਔਰ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਗਾਈਡ ਕੀਤਾ ਗਿਆ ਕਾਂਗਰਸ ਸਰਕਾਰ ਵੱਲੋਂ ਕਿ ਕੇਵਲ ਤੇ ਕੇਵਲ ਕਾਂਗਰਸ ਦਾ ਐਮਸੀ ਕਿੱਦਾਂ ਜਿੱਤੇਗਾ ਉਹਦੇ ਲਈ ਜਿਹੜਾ ਕਾਨੂੰਨ ਤੁਸੀਂ ਸਿੱਕੇ ਤੇ ਟੰਗਣਾ ਟੰਗ ਤੋਂ ਤੁਹਾਨੂੰ ਖੁੱਲੀ ਛੁੱਟੀ ਆ। ਸ਼ਾਇਦ ਕਾਂਗਰਸ ਸਰਕਾਰ ਇਹ ਭੁੱਲ ਗਈ ਆ ਕਿ ਵਿਰੋਧੀ ਧਿਰ ਵਿੱਚ ਵੀ ਕੋਈ ਇੱਥੇ ਬੈਠਾ ਹੈ ਇਸ ਚੀਜ਼ ਨੂੰ ਨੋਟ ਕਰਨ ਵਾਲਾ, ਔਰ ਪ੍ਰਸ਼ਾਸਨ ਨੇ ਵੀ ਆਪਣੇ ਆਕਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਨ ਬਿਨ ਸਾਰੇ ਹੀ ਸਿੱਕੇ ਦੇ ਟੰਗ ਦਿੱਤੇ ਕਾਨੂੰਨ ਤੇ ਇਸ ਤਰ੍ਹਾਂ ਵੋਟਾਂ ਦੇ ਵਿੱਚ ਕਾਲਾ ਮਾਲਾ ਕੀਤਾ ਕਿ 3 ਨੰਬਰ ਦੀਆਂ ਵੋਟਾਂ ਕੱਟ ਕੇ 5 ਨੰਬਰ 'ਚ ਪਾਤੀਆਂ, 5 ਵਾਲੇ ਦੀਆਂ 8 ਨੰਬਰ ਤੇ ਪਾਤੀਆਂ। ਘਰ ਦਾ ਐਡਰੈਸ ਕਿਤੇ ਆ ਤੇ ਵੋਟ ਉਹਦੀ ਕਿਤੇ ਬਣੀ ਪਈ ਆ। ਸਾਡੇ ਨੰਗਲ ਮੰਡਲ ਵੱਲੋਂ ਐਸਡੀਐਮ ਮੈਡਮ ਨੂੰ ਇੱਕ ਮੈਮੋਰੈਂਡਮ ਦਿੱਤਾ ਸੀ ਕਿ ਜਿਹੜੀਆਂ ਵੋਟਾਂ ਇਹ ਇਸ ਤਰ੍ਹਾਂ ਬਣਾਈਆਂ ਨੇ ਇਹਨਾਂ ਤੇ ਤੁਰੰਤ ਐਕਸ਼ਨ ਲਿਆ ਜਾਵੇ, ਪਰ ਬੜੇ ਦੁੱਖ ਦੇ ਨਾਲ ਅੱਜ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਦੱਸਣਾ ਪੈ ਰਿਹਾ ਕਿ ਸਿਵਾਏ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਇਲਾਵਾ ਉਸ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ। ਹੁਣ ਜਦੋਂ ਫਾਈਨਲ ਲਿਸਟਾਂ ਸਾਡੇ ਸਾਹਮਣੇ ਆਈਆਂ ਨੇ ਔਰ ਜਾਂ ਤਾਂ ਇਹ ਪ੍ਰਸ਼ਾਸਨ ਦੀ ਨਲਾਇਕੀ ਆ ਮੈਂ ਸਮਝਦਾ, ਜਾਂ ਆਪਣੇ ਆਕਾ ਦਾ ਹੁਕਮ ਪਾਲਣ ਦੀ ਇੰਨੀ ਹੋੜ ਲੱਗੀ ਹੋਈ ਆ ਕਿ ਸਾਨੂੰ ਸਰਕਾਰੇ ਦਰਬਾਰੇ ਸ਼ਾਬਾਸ਼ ਮਿਲ ਜਾਵੇ ਤੇ ਕਾਨੂੰਨ ਬੇਸ਼ੱਕ ਰਵੇ ਨਾ ਰਵੇ। ਮੈਂ ਚੇਤਾਵਨੀ ਦਿੰਦਾ ਇਹ ਪ੍ਰਸ਼ਾਸਨ ਨੂੰ ਕਿ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੋਪੜ ਚੁੱਪ ਕਰਕੇ ਬੈਠਣ ਵਾਲਾ ਨਹੀਂ ਆ। ਚਾਹੇ ਨੰਗਲ ਦੀ ਗੱਲ ਕਰ ਲਓ, ਚਾਹੇ ਅਨੰਦਪੁਰ ਸਾਹਿਬ ਦੀ ਗੱਲ ਕਰ ਲਓ, ਚਾਹੇ ਕੀਰਤਪੁਰ ਸਾਹਿਬ ਦੀ ਗੱਲ ਕਰ ਲਓ, ਰੋਪੜ ਜਿੰਨੀਆਂ ਵੀ 6 ਕੌਂਸਲਾਂ ਤੇ ਇਲੈਕਸ਼ਨ ਹੋਣੀ ਆ 6 ਦੀਆਂ 6 ਕੌਂਸਲਾਂ ਦੇ ਵਿੱਚ ਪ੍ਰਸ਼ਾਸਨ ਨੇ ਕਾਂਗਰਸ ਵਰਕਰਾਂ ਦੇ ਮੁਤਾਬਕ ਵੋਟਾਂ ਨੂੰ ਸੈੱਟ ਕਰਕੇ ਰੱਖਿਆ ਕਿ ਕਾਂਗਰਸ ਦੀ ਕਮੇਟੀ ਬਣ ਸਕੇ। ਅਸੀਂ ਚੇਤਾਵਨੀ ਦਿੰਦੇ ਆ ਕਿ ਆਉਣ ਵਾਲੇ ਸਮੇਂ 'ਚ ਜਾਂ ਤੇ ਇਹਨਾਂ ਦੀ ਵੋਟਾਂ ਦੀ ਘੋਖ ਕਰਕੇ ਇਹਨਾਂ ਨੂੰ ਠੀਕ ਤਾਂ ਦਰੁਸਤ ਕਰ ਲਿਆ ਜਾਵੇ, ਨਹੀਂ ਤਾਂ ਭਾਰਤੀ ਜਨਤਾ ਪਾਰਟੀ ਮਜਬੂਰ ਹੋਵੇਗੀ
ਇਸ ਤਰ੍ਹਾਂ ਦੇ ਅਫਸਰਾਂ ਦੇ ਦਫ਼ਤਰਾਂ ਦਾ ਉਹਨਾਂ ਦੇ ਘਰਾਂ ਦਾ ਘਿਰਾਓ ਕਰਾਂਗੇ, ਕਿਉਂਕਿ ਲੋਕਤੰਤਰ ਦੇ ਵਿੱਚ ਅਜਿਹਾ ਨਹੀਂ ਚੱਲ ਸਕਦਾ ਕਿ ਜਿਹਦੀ ਸਰਕਾਰ ਹੋਵੇ ਉਹਦੇ ਮੁਤਾਬਕ ਸਾਰਾ ਕੁਝ ਚੱਲੇ। ਇਹ ਲੋਕਤੰਤਰ ਆ। ਸੋ ਮੈਂ ਚੇਤਾਵਨੀ ਦਿੰਦਾ ਪ੍ਰਸ਼ਾਸਨ ਨੂੰ, ਜਾਂ ਤੇ ਇਹ ਜਿਹੜੀਆਂ ਗਲਤ ਤਰੀਕੇ ਦੇ ਨਾਲ ਵੋਟਾਂ ਦੀ ਛਪਾਈ ਹੋਈ ਆ ਇਹਨੂੰ ਸਮੇਂ ਰਹਿੰਦਿਆਂ ਦਰੁਸਤ ਕਰ ਲਿਆ ਜਾਵੇ, नहीं तो साडे घराओ दा नतीजा भुगतन लिए प्रशासन तैयार हो। उधर कांग्रेसी नेता एवं पूर्व पार्षद एडवोकेट परमजीत सिंह पम्मा ने भाजपाइयों पर पलटवार करते हुए कहा कि गुटबाजी में बटी भाजपा लोगों पार्टी कार्यकर्ताओं का ध्यान भटकाने के लिए इस तरह के आरोप लगा रही है। सुने सिटी हलचल से बात करते हुए पूर्व पार्षद एडवोकेट परमजीत सिंह पम्मा ने क्या कहा। देखो साडे जिहड़े बीजेपी के भरा है, ਪਹਿਲਾਂ ਤਾਂ ਉਹਨਾਂ ਕੋ ਆਪਣੇ ਘਰ ਦੀ ਲੜਾਈ ਨਹੀਂ ਮੁੱਕ ਰਹੀ। ਜਿਹੜੀ ਉਹਨਾਂ ਦੀ ਆਪਣੀ ਘਰ ਦੀ ਲੜਾਈ ਆ ਉਹਨੂੰ ਮਕਾਨ ਦੀ ਬਜਾਏ ਉਹ ਸਾਰਾ ਲੋਕਾਂ ਦਾ, ਪਾਰਟੀ ਵਰਕਰਾਂ ਦਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਕਾਂਗਰਸ ਤੇ। ਇਹਨਾਂ ਦੇ ਜਿਹੜੇ ਦੋਸ਼ ਆ ਬਿਲਕੁਲ ਹੀ ਬੇਬੁਨਿਆਦ ਦੋਸ਼ ਹੈ, ਕਿਉਂਕਿ ਜਦੋਂ ਰਾਜ ਇਲੈਕਸ਼ਨ ਕਮਿਸ਼ਨ ਹੈ, ਕੋਈ ਵੀ ਚੋਣ ਕਮਿਸ਼ਨ ਹੈ, ਜਦੋਂ ਉਹ ਇਲੈਕਸ਼ਨਾਂ ਕਰਾਉਂਦਾ ਹੈ ਤਾਂ ਉਹ ਕੋਈ ਵੀ ਚੋਣ ਕਮਿਸ਼ਨ ਹੋਵੇ ਉਹ ਪਬਲੀਕੇਸ਼ਨ ਕਰਦਾ ਵੀ ਆਹ ਵੋਟ ਬਣਾਉਣ ਦੀ ਡੇਟ ਹੈ, ਇਸ ਡੇਟ ਤੱਕ ਦਿੱਤੀਆਂ ਜਾ ਸਕਦੀਆਂ ਵੋਟਾਂ ਬਣਾਉਣੀਆਂ, ਇਹ ਡੇਟ ਤੱਕ ਆਬਜੈਕਸ਼ਨ ਦਿੱਤੇ ਜਾ ਸਕਦੇ। ਮੈਂ ਇਹਨਾਂ ਨੂੰ ਇਹ ਪੁੱਛਦਾ ਵੀ ਜਦੋਂ ਆਬਜੈਕਸ਼ਨ ਦੇਣ ਦੀ 10 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਜਦੋਂ ਇਲੈਕਸ਼ਨ ਦੇ ਵਿੱਚ ਆਬਜੈਕਸ਼ਨ ਦੇਣ ਦੀ ਡੇਟ ਸੀ ਜਾਂ ਨਵੀਆਂ ਵੋਟਾਂ ਬਣਾਉਣ ਦੀ ਡੇਟ ਸੀ, ਪਬਲੀਕੇਸ਼ਨ ਨੋਟਿਸ ਕੀਤਾ ਗਿਆ, ਉਦੋਂ ਇਹ ਕਿੱਥੇ ਸੀ? ਇਹ 6 ਦਿਨ ਸੁੱਤੇ ਪਏ ਸੀ। ਜ਼ਿਆਦਾ ਠੰਡ ਸੀ ਵੀ ਤਾਂ ਸੁੱਤੇ ਪਏ ਸੀ ਵੀ ਇਹਨਾਂ ਨੂੰ ਵੋਟਾਂ ਦਾ ਧਿਆਨ ਨਹੀਂ ਰਿਹਾ। ਹੁਣ ਉੱਠ ਗਏ, ਜਦੋਂ ਧੁੰਦਾਂ ਖਤਮ ਹੋਣ ਲੱਗੀਆਂ ਤਾਂ ਉੱਠ ਗਏ, ਇਹਨਾਂ ਨੂੰ ਵੋਟਾਂ ਯਾਦ ਆ ਗਈਆਂ। ਇਹਨਾਂ ਨੂੰ ਪੁੱਛੋ 10 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਜਦੋਂ ਰਾਜ ਇਲੈਕਸ਼ਨ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪਬਲਿਕਲੀ ਨੋਟਿਸ ਬੋਰਡਾਂ ਤੇ ਲਾਇਆ ਗਿਆ, ਇਹਨਾਂ ਦੇ ਭਰਾਵਾਂ ਨੇ ਵੀ ਵੋਟਾਂ ਬਣਾਈਆਂ, ਉਦੋਂ ਇਹ ਘੁੱਕ ਨੀਂਦ ਸੁੱਤੇ ਪਏ ਸੀ 6 ਦਿਨ। ਤੇ ਅੱਜ ਇਹਨਾਂ ਨੂੰ 15 ਜਨਵਰੀ ਨੂੰ ਆ ਕੇ ਪਤਾ ਲੱਗ ਗਿਆ ਵੀ ਹੁਣ ਵੋਟਾਂ ਵੀ ਬਣਾਉਣੀਆਂ ਚਾਹੀਦੀਆਂ ਸੀ, ਕਟਵਾਉਣੀਆਂ ਚਾਹੀਦੀਆਂ ਸੀ। ਇਹ ਬਿਲਕੁਲ ਹਾਰੀ ਹੋਈ ਲੜਾਈ ਲੜ ਰਹੇ, ਕਿਉਂਕਿ ਇਹਨਾਂ ਦਾ ਜਿਹੜਾ ਆਪਣਾ ਘਰ ਦਾ ਕਲੇਸ਼ ਹੈ ਉਹ ਮੁਕਾ ਨਹੀਂ ਹੋ ਰਿਹਾ ਇਹਨਾਂ ਤੋਂ। ਫਿਰ ਇਹ ਉਲਟੇ ਬੇਬੁਨਿਆਦ ਨੇ ਲਾ ਕੇ ਇਹਨਾਂ ਦਾ ਵਰਕ, ਮੈਂ ਹੋਰ ਕੀ ਕਹਿਣਾ, ਇਹਨਾਂ ਦਾ ਵਰਕਰ ਵਿਚਾਰਾ ਖੁਦ ਮਾਇੂਸ ਹੈ। ਮੈਂ ਵਰਕਰ ਨਾਲ ਕੋਈ ਸਾਡੀ ਜਿੱਦ ਨਹੀਂ ਹੈ, ਪਾਰਟੀ ਨਾਲ ਸਾਡੀ ਕੋਈ ਜਿੱਦ ਨਹੀਂ ਹੈ, ਸਾਰੀਆਂ ਪਾਰਟੀਆਂ ਪਵਿੱਤਰ ਹੁੰਦੀਆਂ, ਪਰ ਉਹਦੇ ਵਿੱਚ ਕੁਝ ਲੋਕ ਇਹੋ ਜਿਹੇ ਹੁੰਦੇ ਵੀ ਉੱਠ ਆਪ ਕੋਲ ਨਹੀਂ ਹੁੰਦਾ, ਫਿੱਟੇ ਮੂੰਹ ਗੋਡਿਆਂ ਦਾ। 6 ਦਿਨ ਆਪ ਸੁੱਤੇ ਰਹੇ 10 ਤੋਂ 16 ਦਸੰਬਰ ਤੱਕ, ਜਿੱਦਣ ਜ਼ਿਆਦਾ ਠੰਡ ਸੀ। ਹੁਣ ਥੋੜ੍ਹੀਆਂ ਧੁੱਪਾਂ ਚੜੀਆਂ, ਹੁਣ ਇਹਨਾਂ ਨੂੰ ਯਾਦ ਆ ਗਿਆ ਮਹੀਨੇ ਬਾਅਦ ਵੀ ਵੋਟਾਂ 'ਚ ਲੱਗੀਆਂ ਨਹੀਂ, ਕੱਟੀਆਂ ਨਹੀਂ, ਜਵਾਨੀਆਂ ਨਹੀਂ ਜੀ, ਫਲਾਣਾ ਨਹੀਂ ਕੀਤਾ, ਢਿਮਕਾ ਨਹੀਂ ਕੀਤਾ। ਇਹਨਾਂ ਦੇ ਫਾਰਮ ਤਾਂ ਲੈ ਕੇ ਜਾਂਦੇ ਰਹੇ। ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ ਹੈ। ਕੇਵਲ ਤੇ ਕੇਵਲ ਜਿਹੜੀਆਂ ਆਪਣੀਆਂ ਇਹ ਗਲਤੀਆਂ ਹੈ, ਆਪਣੀਆਂ ਕਮੀਆਂ ਹੈ, ਉਹਨਾਂ ਨੂੰ ਛੁਪਾਉਣ ਦੇ ਲਈ ਲੋਕਾਂ ਨੂੰ ਗਮਰਾਹ ਕਰ ਰਹੇ। ਮੈਂ ਨੰਗਲ ਵਾਸੀਆਂ ਨੂੰ ਬੇਨਤੀ ਕਰਦਾ, ਜਿਹੜੇ ਵੀ ਭਰਾ ਦੀ ਹੁਣ ਵੀ ਭਰਾ ਭੈਣ ਦੀ ਵੋਟ ਰਹਿ ਗਈ ਹੋਵੇ, ਉਹ ਆਪਣੇ ਪ੍ਰੈਜ਼ਾਈਡਿੰਗ ਆਫਿਸ ਕੋਲ, ਰਿਟਰਨਿੰਗ ਆਫਿਸਰ ਕੋਲ ਜਾ ਕੇ ਸਾਹਮਣੇ ਪੇਸ਼ ਹੋ ਕੇ, ਕਾਨੂੰਨ ਕਹਿੰਦਾ ਦੇਸ਼ ਦਾ 24 ਘੰਟੇ ਸਾਹਮਣੇ ਪੇਸ਼ ਹੋ ਕੇ ਆਪਣੇ ਪੂਰੇ ਡਾਕੂਮੈਂਟਸ ਪ੍ਰੂਫ ਲੈ ਕੇ ਜਾ ਸਕਦਾ, ਵੋਟ ਬਣਾ ਸਕਦਾ। ਠੀਕ ਹੈ। ਉਹ ਤੋਂ ਇਲਾਵਾ ਜੇ ਕਿਸੇ ਨੂੰ ਵੀ ਕੋਈ ਹੈ, ਸਾਡੀ ਪਾਰਟੀ ਖੜੀ ਹੈ ਨੰਗਲ ਦੇ, ਉਹ ਚਾਹੇ ਬੀਜੇਪੀ ਦਾ ਭਰਾ ਹੋਵੇ ਜਿਹਦੀ ਵੋਟ ਨਹੀਂ ਬਣੀ, ਚਾਹੇ ਅਕਾਲੀ ਦਲ ਦਾ ਭਰਾ ਹੋਵੇ ਜਿਹਦੀ ਨਹੀਂ ਵੋਟ ਬਣੀ, ਉਹ ਸਾਡੇ ਨਾਲ ਕੰਟੈਕਟ ਕਰੇ। ਚਾਹੇ ਵੋਟ ਉਹਨੇ ਆਪਣੀ ਪਾਰਟੀ ਨੂੰ ਪਾਉਣੀ ਹੋਵੇ, ਅਸੀਂ ਉਹਦੇ ਨਾਲ ਜਾ ਕੇ ਉਹਦੀ ਵੋਟ ਬਣਾਵਾਂਗੇ। ਜਿਹੜੀਆਂ ਤਰੁੱਟੀਆਂ ਦੀ ਗੱਲ ਕਰਦੇ, ਇਹਨਾਂ ਨੇ 10 ਤੋਂ 16 ਤਰੀਕ ਤੱਕ, ਦਸੰਬਰ ਤੱਕ ਸੁੱਤੇ ਰਹੇ। ਹੁਣ ਜਦੋਂ ਧੁੰਦ ਜੀ ਹਟੀ ਆ ਥੋੜੀ ਜੀ, ਹੁਣ ਇਹਨਾਂ ਨੂੰ ਵੋਟਾਂ ਮਹੀਨੇ ਬਾਅਦ ਯਾਦ ਆ ਗਈਆਂ। ਇਹ ਬਿਲਕੁਲ ਬੇਬੁਨਿਆਦ ਦੋਸ਼ ਹੈ, ਇਹ ਨਿਰਾਧਾਰ ਦੋਸ਼ ਹੈ। ਮੈਂ ਬੀਜੇਪੀ ਦੇ ਭਰਾਵਾਂ ਨੂੰ ਕਹਿੰਦਾ, ਚੋਣ ਜਿਹੜੀ ਲੜੋ ਤੁਸੀਂ ਬੜੇ ਅਸੂਲਾਂ ਨਾਲ ਲੜੋ। ਇਹ ਪੜ੍ਹੇ ਲਿਖੇ ਲੋਕਾਂ ਦਾ ਸ਼ਹਿਰ ਹੈ, ਉਹਨਾਂ ਨੂੰ ਆਪਣੇ ਨੀਤੀਆਂ ਦੱਸ ਕੇ ਲੜੋ, मुद्दे दस के चोन लड़ो, ना कि झूठे दोष ला के। उधर जब इस बारे में जानकारी लेने हेतु तहसीलदार रामकिशन से संपर्क किया गया तो उन्होंने भाजपा के सभी आरोपों को निराधार बताते हुए कहा कि भाजपा द्वारा दर्ज करवाए गए ऐतराजों की ग्राउंड जीरो पर जाकर जांच की गई थी और जो गलत वोटें पाई गई थी उन्हें काट भी दिया गया था। सुने सिटी हलचल से बात करते हुए तहसीलदार रामकिशन ने क्या कहा। सर आज बीजेपी ने प्रेस कॉन्फ्रेंस की, उत्थे कहंदे कि वोटां बनन दे विच बहुत ज़्यादा घपलेबाजी है, ਜਿਹੜਾ ਬੰਦਾ ਮਰ ਗਿਆ ਉਹਦੀ ਵੋਟ ਵੀ ਹੈਗੀ ਹੈ, ਜੇਕਰ ਕੀਤੇ ਰਹਿੰਦਾ ਉਹ ਕਿਤੇ ਵੋਟ ਆ ਉਹਦੀ। ਆਪਣੇ ਮੀਡੀਆ ਦੇ ਰਾਹੀਂ ਮੈਂ ਇਹ ਮੈਨੂੰ ਜਿਹੜੀ ਇਨਫੋਰਮੇਸ਼ਨ ਆਈ ਹੈ, ਮੈਂ ਧੰਨਵਾਦੀ ਹਾਂ ਤੁਹਾਡਾ। ਜਿੱਥੋਂ ਤੱਕ ਵੋਟਾਂ ਦਾ ਸੰਬੰਧ ਹੈ, ਜਿਹੜੀਆਂ ਪਿੱਛੇ ਅਸੀਂ ਆਬਜੈਕਸ਼ਨ ਲਏ ਸੀਗੇ, ਆਬਜੈਕਸ਼ਨ ਲੈਣ ਤੋਂ ਬਾਅਦ ਉਹਨਾਂ ਦੀ ਵੈਰੀਫਿਕੇਸ਼ਨ ਬਕਾਇਦਾ ਤੌਰ ਤੇ BLO ਸਾਹਿਬ ਤੋਂ, ਸੁਪਰਵਾਈਜ਼ਰ ਤੋਂ ਕਰਵਾਈ ਗਈ। ਜੋ ਵੀ ਸਾਨੂੰ ਆਬਜੈਕਸ਼ਨ ਹੈ ਉਹਨਾਂ ਗਰਾਊਂਡ ਲੈਵਲ ਤੇ ਜਾ ਕੇ ਉਹਨਾਂ ਜੋ ਵੀ ਜੇ ਕਿਸੇ ਵੋਟ ਕੱਟਣੇ ਵਾਲੇ ਸੀਗੇ, ਡੈਥ ਹੋਈ ਆ, ਕੋਈ ਕਿਸੇ ਟ੍ਰਾਂਸਫਰ ਹੋ ਗਿਆ, ਹੋਰ ਵਾਰਡ ਵਿੱਚ ਚਲੇ ਗਿਆ, ਜੋ ਵੀ ਇਤਰਾਜ਼ ਆਏ ਸੀ ਉੱਤੇ ਪੂਰੀ ਰਿਪੋਰਟ ਲੈ ਕੇ BLO ਸਾਹਿਬ ਦੀ ਗਰਾਊਂਡ ਲੈਵਲ ਤੇ ਜਾ ਕੇ ਉੱਤੇ ਜੋ ਬਣਦੀ ਕਾਰਵਾਈ ਆ ਉਹ ਕਰਦੇ ਮੁਤਾਬਕ ਹੀ ਅਸੀਂ ਜਿਹੜੀਆਂ ਵੋਟਾਂ ਜਾਂ ਕੱਟੀਆਂ ਜਾਂ ਬਣਾਈਆਂ
इस तरह कीतियां गईਆਂ ਨੇ, ਕਿਸੇ ਨੇ ਕੋਈ ਵੀ ਕਪੜੇਬਾਜ਼ੀ ਨਹੀਂ ਕੀਤੀ ਗਈ। ਸਰ ਅੱਜ ਇੱਕ ਐਸਾ ਮੁੱਦਾ ਹੀ ਹੈ ਕਿ 9 ਸਾਲ ਹੋ ਗਏ ਮਰੇ ਨੂੰ ਬੰਦੇ ਨੂੰ, ਉਹਦੀ ਅੱਜ ਵੀ ਵੋਟ ਹੈਗੀ ਹੈ। ਹਾਂ ਜਿਹੜੇ ਵੋਟ ਹੈਗੀ ਹੈ ਤਾਂ ਆਪਾਂ ਡੈਥ ਕਹਿ ਰਹੇ ਕਿ ਹੋ ਗਈ ਆ, ਪਰ ਉਹਦੇ ਉੱਤੇ ਕਿਸੇ ਨੇ ਇਤਰਾਜ਼, ਸਾਨੂੰ ਤਾਂ ਜੇ ਕੋਈ ਇਤਰਾਜ਼ ਆਏਗਾ ਤਾਂ ਹੀ ਪਤਾ ਲੱਗੇਗਾ ਨਾ ਵੀ ਉਹਦੀ ਬੰਦੇ ਦੀ ਡੈਥ ਹੋ ਗਈ ਜਾਂ ਇਹਦੀ ਮੈਰਿਜ ਹੋ ਗਈ ਆ ਜਾਂ ਇਹ ਟ੍ਰਾਂਸਫਰ ਹੋ ਗਿਆ। ਮਤਲਬ ਜਿਹੜਾ ਤੁਸੀਂ ਸਰਵੇ ਕਰਦੇ ਉਸ ਚੀਜ਼ ਦਾ ਸਮਝ ਨਹੀਂ ਆਉਂਦੀ। ਇਹ BLO ਲੈਵਲ ਤੇ ਸਾਨੂੰ ਹੁੰਦਾ, BLO ਲੈਵਲ ਤੇ ਕਰਦੇ ਕਿ ਇਨ ਕੇਸ ਕਿਤੇ ਰਹਿ ਵੀ ਸਕਦੀ ਆ, ਪਰ ਅਦਰਵਾਈਜ਼ ਤਾਂ 100% ਸਾਡਾ ਜਿਹੜਾ ਉਹ ਸਰਵੇ ਹੁੰਦਾ, ਉਹਦੇ ਵਿੱਚ ਡਿਸਕਲੋਜ਼ ਜਿਹੜਾ ਪਰਿਵਾਰ ਨੇ ਜ਼ਿਆਦਾ ਕਰਨਾ ਹੁੰਦਾ, ਜਾਂ ਕਿਸੇ ਦਾ ਆਬਜੈਕਸ਼ਨ ਆ ਬੰਦੇ ਦੀ ਡੈਥ ਹੋ ਗਈ ਆ ਵੀ ਇਹਦੀ ਵੋਟ ਕੱਟੀ ਜਾਵੇ, ਉਹ ਵੋਟ ਕੱਟਣੀ ਆ ਉਹਦਾ ਫਿਰ ਉਹਦੇ ਇਤਰਾਜ਼ ਲੈ ਕੇ ਨੋਟਿਸ ਦਿੱਤਾ ਜਾਂਦਾ। ਨੋਟਿਸ ਦੇਣ ਤੋਂ ਬਾਅਦ ਹੀ ਉਹਨੂੰ ਪੂਰੀ ਹੀਅਰਿੰਗ ਦੇ ਕੇ फिर वो वोट जी कट्टी जाती है, भावे को डेथ भी हैगी है। सिटी हलचल के लिए करण शर्मा के साथ करण चोपड़ा की रिपोर्ट। अब आपके अपने शहर नंगल की MP कोठी मार्केट में रॉयल स्वीट्स पर बेकरी की दुकान खुल गई है। यहाँ आपको मिलेंगे अपनी डायरी के शुद्ध दूध से बनी मिठाई, दही, पनीर व दूध। इसके अलावा पेस्ट्री और आपकी पसंद के अनुसार स्वादिष्ट व उत्तम क्वालिटी के वैष्णो केक भी। तो एक बार सेवा का मौका जरूर दे, क्योंकि एक बार आओगे तो बार बार आओगे। हमारे फोन नंबर है 98 774 91 819 70 090 39 655। MP ਦੀ ਕੋਠੀ ਮੇਨ ਬਾਜ਼ਾਰ ਵਿੱਚ ਰੋਇਲ ਸਵੀਟਸ ਬੇਕਰੀ ਨਾਮ ਦੀ ਦੁਕਾਨ ਖੋਲੀ ਹੈ। ਸਾਡੇ ਕੋਲ ਇੱਥੇ ਆਪਣੀ ਡੈਰੀ ਦਾ ਦੁੱਧ ਦਾ ਓਰੀਜਨਲ ਸਮਾਨ ਸਾਡੇ ਕੋਲ ਇੱਥੇ ਮਿਲੇਗਾ। ਅਸੀਂ ਸਾਰਾ ਕੇਕ ਜੋ ਵੀ ਹੈ ਆਪਣੇ ਇੱਥੇ ਹੀ ਬਣਾਉਂਦੇ ਆ ਤੇ ਬਾਹਰੋਂ ਕੋਈ ਵੀ ਸਮਾਨ ਲੈ ਕੇ ਨਹੀਂ ਆਉਂਦੇ ਆ। ਜੋ ਵੀ ਸਾਡੀ ਮਿਠਾਈ ਹੈ ਬਿਲਕੁਲ ਸਾਡੀ ਡੈਰੀ ਦੇ ਦੁੱਧ ਦੀ ਹੈ। इस कार्यक्रम के प्रायोजक थे बापू गंगादास जी TVS शोरूम कीरतपुर साहिब। यहाँ से TVS की कोई भी गाड़ी खरीदने पर मिलेंगे 3 आकर्षक उपहार। नकद गाड़ी खरीदने पर 2500 रुपए की छूट, फाइनेंस की सुविधा उपलब्ध, 4100 का भुगतान कर कोई भी गाड़ी ले जाएं अपने घर, 5 साल की इंश्योरेंस, 5 साल की वारंटी व 2 साल तक निःशुल्क सर्विस की सुविधा के साथ और भी कई लाभ पाएं। यह मौका हाथ से न जाने दें और पहुंचे TVS गाड़ी खरीदने के लिए TVS शोरूम बापू गंगादास जी कीरतपुर साहिब। खुश खबरें, खुश खबरें, खुश खबरें। सोनी सुजुकी रेलवे रोड नंगल पधारें और 5151 रुपए देकर सुजुकी की कोई भी गाड़ी अपने घर ले जाएं और इसमें RC व इंश्योरेंस का खर्च भी शामिल है। पेटीएम से भुगतान करने पर कैशबैक, कोई भी गाड़ी खरीदने पर निश्चित उपहार, एक्सचेंज बोनस भी पाएं 1000 रुपए तक का। CSD सुविधा भी उपलब्ध। गाड़ी खरीदने पर ऑनलाइन लकी ड्रा में मारुति स्विफ्ट 22 कैरेट सोने के सिक्के सहित और भी बहुत कुछ जीतने का मौका। तो जल्दी करें, कहीं मौका हाथ से छूट ना जाए। तो आज ही पहुंचे सोनी सुजुकी रेलवे रोड। अधिक जानकारी के लिए संपर्क करें 97 801 20 462, 97 802 66 062, 97 802 58 962। खुश खबरें, खुश खबरें, खुश खबरें। वसीम गारमेंट मेन मार्केट वाली दुकान बदलकर अब नंगल भाखड़ा मुख्य मार्ग पर खुल गई है। यहाँ आपको मिलेंगे बच्चों से लेकर लेडीज व जेंट्स के एक से बढ़कर एक खूबसूरत डिजाइनों के ब्रांडेड कपड़े, वह भी होलसेल रेट पर। तो जरूर एक बार सेवा का मौका दे, क्योंकि एक बार आओगे तो बार बार आओगे। यह दावा है वसीम गारमेंट्स का। वसीम गारमेंट 82 हिल व्यू एनक्लेव भाखड़ा रोड। संपर्क करें फोन नंबर 94 631 94 376 85 560 88 974। ਸਾਰੇ ਨਗਰ ਨਿਵਾਸੀ ਅਰਦਾਸ ਬੇਨਤੀ ਕਰਦੇ ਆ ਕਿ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਔਰ ਬਾਜ਼ਾਰ ਨਾਲੋਂ ਸਸਤੇ ਦਾਮ ਤੇ ਹਰ ਆਈਟਮ ਮਿਲੇਗੀ। गॉसिप द कैफे लेकर आया है अपने ग्राहकों के लिए एक नया ऑफर। हर मंगलवार एक पिज्जे के साथ पाएं एक पिज्जा फ्री, buy one get one फ्री। अगर ऑफर है इतनी आकर्षक तो देरी किस बात की, अभी करें ऑर्डर। गॉसिप द कैफे, अड्डा मार्केट, नंगल।